ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸਕੁਅਰ ਰੂਟ। ਠੀਕ ਹੈ, ਆਪਾਂ ਸਿੰਪਲੀਫਿਕੇਸ਼ਨ ਸ਼ੁਰੂ ਕਰਨੀ ਸੀ, ਪਰ ਸਿੰਪਲੀਫਿਕੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਕੁਅਰ ਰੂਟ ਅਤੇ ਕਿਊਬ ਰੂਟ ਬਾਰੇ ਜਾਣਕਾਰੀ ਦੇਣਾ ਚਾਹੁੰਦਾ। ਅੱਜ ਮੈਂ ਸਿਰਫ ਤੁਹਾਨੂੰ ਸਕੁਅਰ ਰੂਟ ਬਾਰੇ ਜਾਣੂ ਕਰਵਾਊਂਗਾ। ਠੀਕ ਹੈ, ਕਿਊਬ ਰੂਟ ਬਾਰੇ ਤੁਹਾਨੂੰ ਮੈਂ ਕੱਲ੍ਹ ਨੂੰ ਜਾਣੂ ਕਰਵਾਊਂਗਾ, ਕਿਉਂਕਿ ਫਿਰ ਇਹਦੇ ਨਾਲ ਇਹ ਹੈਗਾ ਕਿ ਤੁਹਾਡਾ ਪ੍ਰੋਸੈਸ ਹੈ ਜਿਹੜਾ ਥੋੜ੍ਹਾ ਜਿਹਾ ਮਤਲਬ ਔਖਾ ਹੋ ਜੂਗਾ, ਤੁਹਾਨੂੰ ਕਿਊਬ ਰੂਟ ਔਖਾ ਲੱਗੂਗਾ। ਜੇ ਆਪਾਂ ਸਕੁਅਰ ਰੂਟ ਪਹਿਲਾਂ ਕਰ ਲਿਆ ਤਾਂ ਕਿਊਬ ਰੂਟ ਦਾ ਮੈਥਡ ਵੀ ਇਹਦੇ ਨਾਲ ਦੀ ਸੇਮ ਟੂ ਸੇਮ, ਅਤੇ ਤੁਹਾਨੂੰ ਉਹ ਤੋਂ ਆਟੋਮੈਟਿਕ ਅੰਦਾਜ਼ਾ ਲੱਗ ਜਾਊਗਾ ਕਿ ਅੱਗੇ ਆਪਣਾ ਪ੍ਰੋਸੈਸ ਕੀ ਹੈਗਾ ਗਾ। ਓਕੇ ਜੀ, ਓਕੇ ਜੀ। ਇਸ ਤੋਂ ਪਹਿਲਾਂ ਆਪਾਂ ਥੋੜ੍ਹੇ ਸਵਾਲ ਹੱਲ ਕਰਨੇ ਆ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਰਹੀਆਂ ਸੀ। ਉਹ ਇੱਕ ਸਵਾਲ ਹੈਗਾ 8ਵਾਂ LCM ਦਾ, ਇੱਕ 11ਵਾਂ ਅਤੇ ਇੱਕ 12ਵਾਂ, ਇੱਕ 20ਵਾਂ, ਇੱਕ 21ਵਾਂ। ਇਹ ਸਵਾਲ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਸੀ। ਇਹ ਸਵਾਲ ਉਦੋਂ ਨਿਕਲੇ ਨਹੀਂ। ਆਪਾਂ ਅੱਜ ਇਹ ਸਵਾਲਾਂ ਦਾ ਹੱਲ ਕਰੀਏ ਪਹਿਲਾਂ, ਇਸ ਤੋਂ ਬਾਅਦ ਆਪਾਂ ਸਕੁਅਰ ਰੂਟ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ। ਦੇਖੋ ਰਾਜੀ, ਇਹ ਸਵਾਲ ਸੀ ਜਿਹੜੇ ਤੁਹਾਨੂੰ ਮੈਂ ਦੱਸਿਆ ਸੀ ਕਿ ਜਦੋਂ ਆਪਾਂ ਨੂੰ ਆਹ ਚੀਜ਼ ਦਿੱਤੀ ਹੋਵੇ ਹੈ ਨਾ, ਕਿ ਆਪਾਂ ਸਿਰਫ ਐਂਡ ਵਾਲਾ ਦੇਖ ਲੈਣਾ ਗਾ ਕਿ ਕੀ ਕਰਿਆ ਵਾ ਹਰੇਕ, ਬਾਕੀ ਦੋ ਬਚਨ। ਠੀਕ ਹੈ, ਉਹਦਾ ਚਲੋ ਆਪਾਂ ਲਾ ਦਾਂਗੇ, ਉਹ ਤਾਂ ਆਪਾਂ ਲਾ ਦਾਂਗੇ ਕਿਉਂਕਿ 312 ਵੀ ਨਹੀਂ ਵੰਡਿਆ ਜਾਂਦਾ, ਆ ਵੀ ਨਹੀਂ ਵੰਡਿਆ ਜਾਂਦਾ, ਆ ਵੀ ਨਹੀਂ ਵੰਡਿਆ ਜਾਂਦਾ। ਪਰ 962 ਅਤੇ D ਇਹ ਦੋ ਆਪਸ਼ਨਾਂ ਵੰਡੀਆਂ ਜਾ ਰਹੀਆਂ ਗੀਆਂ 13 'ਤੇ। ਇਹ ਮੈਂ ਵੀ ਬਾਅਦ 'ਚ ਨੋਟ ਕੀਤਾ। ਠੀਕ ਹੈ, ਇਹ ਦੋ ਆਪਸ਼ਨਾਂ ਵੰਡੀਆਂ ਜਾ ਰਹੀਆਂ 13 'ਤੇ, ਉਹਦੇ ਕਰਕੇ ਆਪਾਂ ਥੋੜ੍ਹੀ ਜਿਹੀ ਪ੍ਰੋਬਲਮ ਆ ਸਕਦੀ ਹੈ। ਜੇ ਤੁਸੀਂ ਡਾਇਰੈਕਟ ਵੰਡ ਕੇ ਦੇਖ ਲਓ, ਜੇ ਤਾਂ ਇੱਕ ਆਪਸ਼ਨ ਵੰਡੀ ਜਾਂਦੀ ਫਿਰ ਤਾਂ ਆਪਣਾ ਉਹੀ ਆਨਸਰ ਆ ਜਾਊਗਾ। ਜੇ ਕਿ ਵੀ ਦੋ ਤੋਂ ਵੱਧ ਆਪਸ਼ਨਾਂ ਵੰਡੀਆਂ ਜਾਂਦੀਆਂ ਉਦੋਂ ਆਪਾਂ ਹੋਰ ਮੈਥਡ ਲਾਉਣਾ ਹੁੰਦਾ। ਉਹ ਮੈਥਡ ਕੀ ਹੈ ਬੱਚੋ? ਸਭ ਤੋਂ ਪਹਿਲਾਂ ਤਾਂ ਮੈਥਡ ਸਮਝੋ ਕੀ ਹੈ। ਜਿਹੜਾ ਆਪਾਂ LCM ਕੱਢਣਾ ਬੱਚੋ, ਉਹ ਤਾਂ ਆਪਾਂ ਕੱਢਣਾ ਹੀ ਕੱਢਣਾ ਹੈਗਾ। ਦੁਬਾਰੇ ਫਿਰ ਕੱਢ ਕੇ ਦੇਖੀਏ LCM ਇਹਦਾ। ਠੀਕ ਹੈ, LCM ਕੱਢ ਕੇ ਦੇਖਦੇ ਹਾਂ, ਕਿਉਂਕਿ ਅੱਗੇ ਵਧਣ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਆਪਣੇ ਪਿੱਛੇ ਚੀਜ਼ਾਂ ਕਲੀਅਰ ਨਹੀਂ ਹੈਗੀਆਂ। ਆਪ ਤਾਂ ਲਾ ਦੇਣੇ ਸੇਮ ਟੂ ਸੇਮ, ਜੇ ਇੱਕ ਪਹਾੜੇ 'ਤੇ ਨਾ ਜਾਵੇ। ਹੁਣ 30 'ਤੇ ਜਾਊਗਾ, ਹੁਣ ਜਾਊਗਾ 5 'ਤੇ। ਠੀਕ ਹੈ, 5 10 10 30 30 60 60 ਹੋਣਾ 120। ਇੱਥੋਂ ਤੱਕ ਬੱਚੋ ਕਿੰਨਾ ਆ ਗਿਆ ਆਪਣੇ ਕੋਲ? ਇੱਥੋਂ ਤੱਕ ਆਪਣੇ ਕੋਲ 120। ਦੇਖੋ ਜਦੋਂ ਆਪਣੇ ਕੋਲ 120 ਆ ਗਿਆ ਤਾਂ 120 ਆਪਾਂ ਇੱਥੇ ਕੀ ਕਰਦੇ ਹਾਂ? ਮਟੇ ਲੈਂਦੇ ਹਾਂ। 120 ਆਪਾਂ ਕੱਢ ਲੈਂਦੇ ਹਾਂ। ਆਪਣੇ ਕੋਲ LCM ਕਿੰਨਾ ਆ ਗਿਆ ਬੱਚੋ? 120 ਆ ਗਿਆ। ਜੇ ਤਾਂ ਹੁਣ ਇਕੱਲੀ 13 ਵਾਲੀ ਸੰਖਿਆ 962 ਹੀ ਹੁੰਦੀ ਫਿਰ ਤਾਂ ਆਪਾਂ ਕੱਢ ਦਿੰਦੇ। ਹੁਣ ਸੰਖਿਆ ਦੋ ਆਈ ਜਾਂਦੀਆਂ ਨਾ, ਦੋਨਾਂ ਦੇ ਵਿੱਚ ਕੰਪੀਟੀਸ਼ਨ ਹੈਗਾ ਪੂਰਾ ਫੁੱਲ। ਕੰਪੀਟੀਸ਼ਨ ਨੂੰ ਕਲੀਅਰ ਕਰਨ ਵਾਸਤੇ ਆਪਾਂ ਕੀ ਕਰਾਂਗੇ? ਕੀ ਆਪਣਾ ਅਗਲਾ ਜਗਾੜਮੈਂਟ ਹੋਊਗਾ? ਉਹਦੇ ਵਾਸਤੇ ਆਪਾਂ ਕੀ ਕਰਾਂਗੇ? ਦੇਖੋ ਜਿਹੜਾ 120 ਹੈ ਬੱਚਿਓ, ਇਹਦੇ ਨਾਲ ਆਪਾਂ ਕਿਸੇ x ਦੀ ਗੁਣਾ ਕਰ ਦਾਂਗੇ ਪਲੱਸ 2 ਬਾਕੀ ਬਚਣ, 2 ਅਤੇ ਬਾਕੀ ਬਚ ਕੇ ਬਰਾਬਰ 13 ਦੇ ਪੂਰੇ ਪੂਰੇ ਵੰਡੇ ਜਾਣ। ਓਕੇ ਜੀ, ਇਹ ਚੀਜ਼ ਬਣੂਗੀ। ਹੁਣ ਆਪਾਂ ਦੇਖਣਾ ਗਾ ਕਿ 962 120 ਦੀ ਕਿੰਨੀ, 120 ਦੇ ਆਪਾਂ ਕਿਹਦੇ ਨਾਲ ਗੁਣਾ ਕਰੀਏ ਕਿ ਆਪਣੇ ਕੋਲ ਇੱਥੇ 960 ਆ ਜਾਣ। ਠੀਕ ਹੈ, ਜਾਂ 960 ਆਉਂਦੇ ਹੋਣ ਅਤੇ ਉਹਦੇ 'ਚ 2 ਜੋੜ ਕੇ ਆਪਾਂ ਨੂੰ 962 ਬਣਦੇ ਹੋਣ। ਜਾਂ ਆਪਾਂ ਚੱਕਾਂਗੇ ਆਹ ਕਿਹੜੀ ਜੀ 1586 ਵਾਲੀ, 1586 ਵਾਲੀ ਚੱਕ ਕੇ ਇਹਦੇ ਨੇੜੇ ਤੇੜੇ ਜਾਣਾ ਹੋਵੇ ਆਪਾਂ ਕਿ ਇੱਥੇ ਆਪਣੇ ਕੋਲ 84 ਆਵੇ, ਅਤੇ 2 ਜੋੜ ਕੇ ਆਪਾਂ ਕਿੰਨਾ ਕਰ ਦਈਏ ਬੱਚਿਓ? 1586 ਕਰ ਦਈਏ ਜਿਹੜਾ 13 'ਤੇ ਪੂਰਾ ਪੂਰਾ ਵੰਡਿਆ ਜਾਵੇ। 13 'ਤੇ ਆ ਵੀ ਵੰਡਿਆ ਜਾਂਦਾ, ਆ ਵੀ ਵੰਡਿਆ ਜਾਂਦਾ। ਹੁਣ ਆਪਾਂ 120 ਨੂੰ 962 ਦੇ ਨੇੜੇ ਤੇੜੇ ਲੈ ਕੇ ਜਾਣਾ ਗਾ। ਠੀਕ ਹੈ, ਇਹ ਫਾਰਮੂਲੇ ਸਮਝ ਲਓ ਬੱਚੇ, 962 ਦੇ ਨੇੜੇ ਤੇੜੇ ਲੈ ਕੇ ਜਾਣਾ, ਧਿਆਨ ਨਾਲ ਸਮਝਿਓ। ਤਾਂ ਆਪਾਂ ਇਹਦੀ ਗੁਣਾ ਕਿਹਨਾਂ ਕਰੀਏ? ਜੇ 6 ਨਾਲ ਕਰਦੇ ਹਾਂ ਤਾਂ 7 ਨਾਲ ਕਰੀਏ ਤਾਂ ਦੇਖ ਰਹੇ ਆਪਾਂ ਕਿਹਨਾਂ ਗੁਣਾ ਕਰਕੇ ਆਪਾਂ ਨੇੜੇ ਪਹੁੰਚਾਂਗੇ। 120 ਦੀ ਆਪਾਂ ਜੇ 8 ਨਾਲ ਗੁਣਾ ਕਰਦੇ 0 8 16 8 960। 120 ਦੀ ਜੇ ਆਪਾਂ 8 ਨਾਲ ਗੁਣਾ ਕਰਦੇ ਹਾਂ ਅਤੇ ਪਲੱਸ 2 ਕਰਦੇ ਹਾਂ, ਆਪਣੇ ਕੋਲ ਕਿੰਨਾ ਆ ਗਿਆ ਬੱਚਿਓ? 960 ਆ ਗਿਆ, ਪਲੱਸ 2 ਆਹ ਬਾਕੀ ਸੀ ਜਿਹੜੇ ਇਹ ਜੋੜਤੇ ਵਿੱਚ ਇਜ਼ੀਕਲ ਟੂ 13। ਇਹ ਬਣ ਗਿਆ ਆਪਣੇ ਕੋਲ 962। 962 13 ਦੇ ਪ੍ਰੋਪਰ ਵੰਡੇ ਜਾਂਦੇ ਹਨ। ਇਹ ਤਾਂ ਆਪਣਾ ਨਿਕਲ ਗਿਆ A ਆਪਸ਼ਨ ਦਾ ਸਵਾਲ, ਕਿਉਂਕਿ ਆਪਸ਼ਨ ਵੰਡੀ ਗਈ। ਹੁਣ ਆਪਾਂ ਕਰਨੀ ਹੈ 1586 ਦੀ ਗੱਲ। ਠੀਕ ਹੈ, 1586 ਦੀ ਗੱਲ ਕਰਨੀ ਹੈ। ਹੁਣ ਆਪਾਂ ਕੀ ਕਰਨਾ ਹੈ? 1586 ਦੇ ਨੇੜੇ ਤੇੜੇ ਜਾਣਾ ਆਪਾਂ। ਕਿਵੇਂ ਜਾਈਏ? 1586 ਦੀ ਕਿਹਦੇ ਨਾਲ ਗੁਣਾ ਕਰੀਏ? 120 ਦੀ, ਸੱਚ 120 ਦੀ ਗੁਣਾ ਆਪਾਂ ਕਰਕੇ ਦੇਖੀਏ ਐਤਕੀ। 10 ਨਾਲ ਕੀਤੀ ਤਾਂ 1200, 14 ਨਾਲ ਕਰਕੇ ਦੇਖ ਲੈਂਦੇ। 0 4 2 8 4 0 2 1 0 8 6, ਇਹ ਬਾਕੀ 1680 'ਤੇ ਆਪਾਂ 120 ਦੀ ਗੁਣਾ ਕਰੀਏ 13 ਨਾਲ। 0 6 3 0 2 1 0 6 5, ਇਹ ਹੁੰਦਾ ਬੱਚੇ 1560। 1560, ਇਹ 1560 ਵਾਲਾ ਵੈਸੇ ਕੱਟਿਆ ਤਾਂ ਜਾਂਦਾ ਨਹੀਂ ਸੀ ਹੈ ਨਾ। ਦੇਖੀ 1560 ਵਾਲਾ 13 'ਤੇ ਵੰਡਿਆ ਜਾਂਦਾ ਸੀ।
1562 वाला नहीं तो बाकी बचते सी पूरा बनना चाहिए हैगा। ठीक है, तो जो आप 120 की किन्ने गुणा करी सी 13 ਨਾਲ गुणा करी सी तो अपने को कितना आ गया सी बच्चों 1560। तो 1560 के जो आप 2 जोड़ते बन गया 1562। 1562 13 से वंडिया जाता नहीं वंडिया जाता क्योंकि 2 बाकी बचते हैं। ठीक है जी, इस तो बाद आप चक ली तीसरी ऑप्शन जिहड़ा अपना रौला पिया सी सारा। तो इत्थे बनता सी अपना 1560। 1560 के 2 जोड़ते ये बनता 1562 तो 1562 13 से पूरे वंडे नहीं जाते तो आ नेड़े तेड़े वो रकम आ नहीं रही। समझ गई गल? तुसीं ध्यान नाल देखो बच्चों, दुबारे फिर समझो यही सवाल। जो दो दो तो ज़्यादा ऑप्शन का पंगा पे जे तुसीं आम तौर पर आही मैथड लाउणा जिहड़ा तुहानूं मैं दस्सण जा रहा हुण। ठीक है, बाकी तो निकल ही जाएंगे। आ चीज़ आप देख ली सी। ठीक है, यदा आ गया से अपने को 120। ठीक है, 120 के नेड़े तेड़े आप संख्या लेके जानी है। देखो जो आप 120 की 360 ਨਾਲ ਗੁਣਾ करके 2 जोड़ के 2 की जोड़ना ਜਿਹੜੇ बाकी बचे 2 यही रकम ਦੇ ਵਿੱਚ जुड़ जाण। ਜਿਹੜੀ ਆਪਾਂ देखो 120 ਦੀ ਆਪਾਂ ਕਿੰਨਾ ਗੁਣਾ ਕਰੀਏ कि नाल 2 जोड़ के भी अपनी पूरी संख्या 13 ਤੇ ਵੰਡੀ जाए। जे आप ऑप्शन नंबर ए ਚੱਕਦੇ हैं 312 ਚੱਕਦੇ हैं तो ये बनता अपने को 240। ठीक है, 120 120 240 120 की 3 ਨਾਲ ਕੀਤੀ 360। ਇਹਨਾਂ ਤੋਂ ਕੋਈ ਲੱਲਾ ਕੱਖ नहीं हैगा। 962 ਦੀ ਆਪਾਂ 8 ਨਾਲ ਕੀਤੀ अपने को आ गया 960। 2 जोड़े 962 ਤੇ 13 ਨਾਲ ਪ੍ਰੋਪਰ ਵੰਡੇ ਗਏ। ਹੁਣ तीसरी ਚੱਕ ਲਈ 1562। 1562 ਕਿਹਦੇ ਨੇੜੇ ਤੇੜੇ ਆਉਂਦਾ 1560 ਦੇ। ਜੇ ਆਪਾਂ 2 ਹੋਰ ਜੋੜਦੇ ਆ ਵਿੱਚ ਇਹਦੇ 1562 13 ਤੇ ਨਹੀਂ ਵੰਡਿਆ ਜਾਂਦਾ, ਇਹ ਤਾਂ ਗਲਤ ਹੋ ਗਿਆ। ਤੇ ਜਿਹੜਾ 1586 ਹੈ ਬੱਚਿਓ ਇਹ 120 ਨਾਲ ਜਿਹੜਾ ਆਪਾਂ ਗੁਣਾ ਕਰਦੇ 1560 ਆ ਰਿਹਾ ਕੋਲ ਨੇੜੇ ਤੇੜੇ ਦੀ ਸੰਖਿਆ ਤੇ 2 ਹੋਰ ਜਿਹੜੇ 362 ਬੰਦੇ ਤਾਂ ਇਹ ਵੀ ਨਹੀਂ ਕੱਟਿਆ ਜਾਣਾ। ਆਨਸਰ ਨੰਬਰ 962 ਆਪਣਾ ਤਾਂ ਆ ਜਾਊਗਾ। ਇਹ ਫਾਰਮੂਲਾ ਤੁਸੀਂ ਇੱਕ ਨਵਾਂ ਐਡ ਕਰ ਲਓ ਵਿੱਚ ਇਹਦੇ। 8ਵਾਂ ਸਵਾਲ ਇਸ ਤਰ੍ਹਾਂ ਨਿਕਲੂਗਾ। ਹੁਣ ਹੋਰ ਕਿਹੜੀ ਕਨਫਿਊਜ਼ਨ ਸੀ ਤੁਹਾਡੀ? 11ਵੇਂ ਸਵਾਲ ਦੀ ਕਨਫਿਊਜ਼ਨ ਸੀ ਬੱਚਿਓ। ठीक है, 11वां सवाल कढ़न के बच्चों अपने को 2 मैथड ने। 11वां सवाल कढ़न के अपने को कितने मैथड है? 2 मैथड है। 2 मैथड किहड़े किहड़े देखो। सब तो पहले तो आप 7 12 ते 16 का LCM कढ़िए। 7 12 16 का LCM कढ़िए। 7 12 16 का जो आप LCM कढ़िया कल वाले तरीके नाल डिफरेंट आ थोड़े तरीके। ठीक है, LCM कढ़िया 7 3 4। ओके जी, इतों तक क्लीयर हो गया थोड़ा सारिਆਂ ਨੂੰ। तो ਹੁਣ इदों बाद किसी फड़े से जा नहीं रहा है ना। 4 2 दूनी 4 4 ती 12 12 चौका 22 चौक 48 48 7 ने की 7 456 7 28 29 30 31 32 33। ठीक है, 33 ये बन गया अपने को बच्चों। ਇਹਦਾ LCM कितना आ गया 336। जो 336 आ गया पुत इनू तुसी की करो 336 ਨੂੰ 336 ਨੂੰ तुसी वंड दो 1856 ਤੇ। ठीक है, 336 ਨੂੰ 1856 ਤੇ ਵੰਡ ਦੋ। ਇਹਨੂੰ ਆਪਾਂ ਤੋੜ ਦਿੰਦੇ ਆ 6 ਤੇ 18 ਇਹ 336 ਨੂੰ 5 ਤੇ ਤੋੜਿਆ ਜੇ ਆਪਾਂ ਕਿੰਨਾ ਬਣ ਗਿਆ 6 5 30 15 16 17 18 15 16 1680 ਆ ਗਿਆ। 1680 ਦੇ ਵਿੱਚੋਂ ਜੋ ਘਟਾਏ 6 इधर के 15 15 8 कटे 7 इत्थे रह गया अपने को 1। ठीक है, 176 ਜਿਹੜਾ ਬੱਚੋ 176 ਆ ਗਿਆ ਆਪਣੇ ਕੋਲੇ। ਪਹਿਲਾਂ ਤਾਂ ਆਪਾਂ ਕੀ ਕੀਤਾ ਨਾ LCM ਕੱਢ ਗਿਆ। LCM ਜਿਹੜਾ ਆ ਗਿਆ ਉਹਨੂੰ ਆਪਾਂ ਆ ਨਿਊਨਤਮ ਸੰਖਿਆ ਦੀ ਦਿੱਤੀ ਵੀ ਆ ਇਹਦੇ ਵਿੱਚੋਂ ਕੱਟਤਾ। ਠੀਕ ਹੈ, ਇਹਦੇ ਵਿੱਚੋਂ ਇਹਦੇ ਤੇ ਵੰਡਤਾ ਇਹ ਬਣ ਗਿਆ ਆਪਣੇ 76। 76 ਦੇ ਵਿੱਚੋਂ ਬਾਕੀ ਕਿੰਨੇ ਬਚਦੇ 4 76 4 ਘਟਾਏ ਆਪਣੇ ਕੋਲੇ ਬਣ ਗਿਆ 172। ਇਹ ਆ ਗਿਆ ਬੱਚਾ ਆਨਸਰ। ਇਸ ਵਾਰ ਜਦੋਂ 2 ਤੋਂ 3 ਵਾਰੀ ਤੁਸੀਂ ਸਮਝ ਲਓਗੇ ਤੁਹਾਨੂੰ ਆਟੋਮੈਟਿਕ ਪਤਾ ਲੱਗਣ ਲੱਗ ਜਾਊਗਾ। ਠੀਕ ਹੈ, ਇੰਨਾ ਘਬਰਾਉਣਾ। एक तो ये मैथड है सवाल कढ़न का, एक यदा मैथड होर है। दूसरा मैथड कि बच्चों वो समझो। हुण अपने को कितना आ गया सी कट के अपने को कितना आ गया सी हुण। ठीक है जी, एक तो फार्मूला यही सी। इस एक दूसरा लिखा देना। इन्होंने की किया सी LCM कितना ले लिया सी आपां। LCM ले लिया सी बच्चों इहदा आपां 336। जो आप 336 LCM ले लिया सी इहदा ते 336 LCM तो बाद ਇਹ 1856 ਦੇ ਵਿੱਚ ਕਿਹੜੀ ਨਿਊਨਤਮ ਸੰਖਿਆ ਘਟਾਈ ਜਾਵੇ ਕਿ ਇੰਨੇ 12 ਦੇ ਵੰਡਣ ਦੇ 4 ਬਾਕੀ ਬਚਣ। ਤਾਂ ਜਿਹੜੇ ਬਾਕੀ ਬਚਦੇ ਹੁੰਦੇ ਉਹ ਵਿੱਚ ਐਡ ਹੁੰਦੇ ਤੁਹਾਨੂੰ ਪਤਾ ਹੀ ਹੈਗਾ। ਠੀਕ ਹੈ, ਹੁਣ ਆਪਾਂ ਇਹ ਕਰੋ ਇੱਕ ਤਰੀਕੇ ਤੋਂ ਪਹਿਲਾਂ ਦੱਸ ਕੇ ਗਏ ਕਿ ਭਾਈ ਜਿਹੜਾ 336 ਆ ਗਿਆ ਇਹਨੂੰ 1856 ਦੇ ਵੰਡ ਲਓ। ਜਿਹੜਾ ਉਹਦਾ ਆਨਸਰ ਬਾਕੀ ਬਚ ਗਿਆ ਉਹਦੇ 4 ਮਾਈਨਸ ਕਰਕੇ ਆਪਣਾ ਆਨਸਰ ਲਿਆਓ। ਦੂਸਰਾ ਮੈਥਡ ਇਸੇ ਸਵਾਲ ਦਾ ਇੱਕ ਹੋਰ ਲਿਖਾਉਣਾ ਤੁਹਾਨੂੰ ਮੈਂ। ਉਹ ਮੈਥਡ ਹੈ ਕਿ ਜਿਵੇਂ 336 ਆ ਗਿਆ 336 ਨੂੰ ਨਾ ਇਹਦੇ ਨੇੜੇ ਤੇੜੇ ਕਿਹੜੀ ਸੰਖਿਆ ਉਹਦੇ ਨੇੜੇ ਤੇੜੇ ਲੈ ਜਾਓ। ਇਹਦੇ ਨੇੜੇ ਤੇੜੇ ਲੈ ਜਾਓ ਸੰਖਿਆ ਨੂੰ ਤੇ ਫਿਰ ਕੀ ਕਰੋ ਨੇੜੇ ਤੇੜੇ ਲਿਜਾ ਕੇ ਉਹਦੇ ਵਿੱਚ ਆਪਾਂ ਕੀ ਜੋੜਨੇ ਆਂਗੇ
प्लस 4 कर देने ਉਹਦੇ ਵਿੱਚ ਆਪਾਂ प्लस 4 कर देने ਆ ਤੇ ਫਿਰ ਆਪਾਂ ਦੇਖਣਾ ਕਿ ਕਿੰਨਾ ਆਪਣਾ ਪਹਿਲਾ ਆਨਸਰ ਕਿੰਨਾ ਆਉਂਦਾ। 336 ਦੇ ਆਪਾਂ ਨੇੜੇ ਤੇੜੇ ਲੈ ਜਾਈਏ ਸੰਖਿਆ। 336 ਦੇ ਜਦੋਂ ਆਪਾਂ ਨੇੜੇ ਤੇੜੇ ਲੈ ਕੇ ਜਾਵਾਂਗੇ ਤਾਂ ਆਪਣੇ ਕੋਲ ਕਿੰਨੀ ਸੰਖਿਆ ਆ ਜੂਗੀ। ਆਹ ਚੀਜ਼ ਦੇ ਨੇੜੇ ਤੇੜੇ ਸੰਖਿਆ ਲੈ ਕੇ ਜਾਣੀ ਹੈ 1856 ਦੇ। ਅਤੇ 336 ਦੀ ਆਪਾਂ ਕਿੰਨੇ ਨਾਲ ਗੁਣਾ ਕਰੀਏ। 336 ਦੀ ਆਪਾਂ 5 ਨਾਲ ਗੁਣਾ ਕਰੀਏ। 5 ਤੇ 15 ਹਾਂ 5 ਨਾਲ ਕਰ ਦਿੰਦੇ ਹਾਂ। 6 5 30 15 16 17 18 15 16 1680 ਆ ਗਿਆ ਆਪਣੇ ਕੋਲ। ਜੇ ਆਪਾਂ ਇਹ ਤੋਂ ਵੱਧ ਲੈ ਕੇ ਜਾਂਦੇ 1900 ਤੋਂ ਟੱਪ ਜੂਗੀ ਉਹ। ਤਾਂ ਜਿਹੜੀ ਆਪਾਂ ਸੰਖਿਆ ਨੇੜੇ ਕਰ ਲਈ ਬੱਚੇ ਉਹ ਕਰ ਲਈ 1680 ਪਲੱਸ 4 ਇਹਦੇ ਵਿੱਚ ਐਡ ਕਰਤੇ ਇਹ ਬਣ ਗਿਆ ਆਪਣੇ ਕੋਲ 1684। ਠੀਕ ਹੈ। ਦੂਜਾ ਮੈਥਡ ਇਹ ਹੈ ਕਿ ਆਪਾਂ ਜਿਹੜੀ ਆ ਸੰਖਿਆ ਦਿੱਤੀ ਵੀ ਆਪਾਂ LCM ਕੱਢ ਕੇ ਇਹ 1856 ਦੇ ਨੇੜੇ ਲੈ ਜਾਓ। ਇਹ ਬਣ ਗਿਆ ਆਪਣੇ ਕੋਲ 1684 ਅਤੇ 1684 1856 ਦੇ ਵਿੱਚੋਂ ਠੀਕ ਹੈ ਆਪਾਂ ਕਿੰਨੇ ਮਾਈਨਸ ਕਰੀਏ। ਠੀਕ ਹੈ ਕਿ 1684 ਬਣ ਜਾਣ ਅਤੇ 1856 ਦੇ ਵਿੱਚੋਂ ਜਦੋਂ ਆਪਾਂ 1684 ਘਟਾਵਾਂਗੇ ਤਾਂ ਆਪਣੇ ਕੋਲ ਦੂਆ 5 ਇੱਧਰ ਆ ਗਏ 7 ਅਤੇ 172 ਆ ਗਿਆ ਆਨਸਰ ਆਹੀ। ਠੀਕ ਹੈ ਜੀ। ਦੋਨਾਂ ਦੇ ਵਿੱਚ ਆਨਸਰ ਸੇਮ ਆ ਰਿਹਾ। ਦੋਨਾਂ 'ਚ ਜਿਹੜਾ ਮੈਥਡ ਤੁਹਾਨੂੰ ਸੌਖਾ ਲੱਗਦਾ ਉਹ ਤੁਸੀਂ ਲਗਾ ਸਕਦੇ ਹੋ। ਇਸ ਤੋਂ ਬਾਅਦ ਆਪਣਾ ਅਗਲਾ ਸਵਾਲ ਕਿਹੜਾ ਸੀ। ਆਹ ਸੀ। ਇਹ ਸਵਾਲ ਦੇ ਵਿੱਚ ਬਹੁਤ ਪ੍ਰੋਬਲਮ ਆਈ ਹੈ। ਉਹ ਛੋਟੀ ਛੋਟੀ ਸੰਖਿਆ ਜਿਹੜੀ 2 3 4 ਤੇ ਕਿਸੇ ਦੇ ਵੰਡਣਾ ਬਾਕੀ 1 ਵਜੇ ਪਰੰਤੂ 7 ਤੇ ਪੂਰੀ ਪੂਰੀ ਵੰਡੀ ਜਾਵੇ। ਇਹਦੇ 'ਚ ਕੀ ਕਨਫਿਊਜ਼ਨ ਪੈ ਗਈ ਬਹੁਤ ਸਾਰੀਆਂ ਰਕਮਾਂ 7 ਤੇ ਜਾ ਰਹੀਆਂ ਨਹੀਂ ਤਾਂ ਇੱਕ ਅੱਧੀ ਸੰਖਿਆ ਜਾਂਦੀ ਹੁੰਦੀ ਹੈ 7 ਤੇ। ਇਹਨਾਂ ਨੇ 4 ਹੀ ਲੈਤੀਆਂ ਹਲਝਾਉਣ ਦੇ ਮਾਰੇ ਨੇ ਕਿ ਨਹੀਂ ਤਾਂ ਆਪਾਂ ਮੇਰੇ ਵਾਲਾ ਮੈਥਡ ਲਾ ਦੇਣਾ ਸੀ 7 ਦੇ ਵੰਡ ਕੇ ਦੇਖ ਲੈਂਦੇ ਜੇ 7 ਦੇ ਇੱਕ ਸੰਖਿਆ ਜਾਣੀ ਸੀ ਪਰ ਇਹ 4 ਹੀ 7 ਤੇ ਜਾ ਰਹੀਆਂ। ਠੀਕ ਹੈ। ਉਹਦੇ ਵਾਸਤੇ ਆਪਾਂ ਕੀ ਕਰਨਾ ਉਹਦੇ ਵਾਸਤੇ ਫਿਰ ਇੱਕ ਇਹਨਾਂ ਨੇ ਹੋਰ ਮੈਥਡ ਦਿੱਤਾ ਵਾ ਹੁੰਦਾ। ਉਹ ਮੈਥਡ ਕੀ ਹੈਗਾ ਪਹਿਲਾਂ ਤਾਂ ਆਪਾਂ ਇਹਨਾਂ ਦਾ LCM ਕੱਢ ਲਓ। ਫਿਰ ਇਹ ਬਹੁਤ ਚਲਾਕ ਹੈਗੀ। ਥੋੜ੍ਹੀ ਥੋੜ੍ਹੀ ਨਾ ਅਸੀਂ ਦਿਨੋਂ ਦਿਨ ਚੇਂਜ ਕਰ ਰਹੇ ਚੀਜ਼ਾਂ ਨੂੰ। ਠੀਕ ਹੈ। 15 10 10 30 30 60 60 ਕੀ ਆ ਗਿਆ ਬੱਚੋ ਆਪਣਾ LCM ਆ ਗਿਆ ਇਹਦਾ 60 ਆ ਗਿਆ। 60 ਦੇ ਵਿੱਚ ਆਪਾਂ ਕਿਹਦੀ 60 ਦੇ ਕਿੰਨੇ ਨਾਲ ਗੁਣਾ ਕਰੀਏ। ਠੀਕ ਹੈ। 60 ਦੇ ਆਪਾਂ ਕਿੰਨੇ ਨਾਲ ਗੁਣਾ ਕਰੀਏ ਅਤੇ ਬਾਅਦ ਵਿੱਚ ਉਹਦੇ ਵਿੱਚ ਆਪਾਂ 1 ਜੋੜ ਦਈਏ ਅਤੇ ਸੰਖਿਆ ਜਿਹੜੀ 7 ਤੇ ਪੂਰੀ ਪੂਰੀ ਵੰਡੀ ਜਾਵੇ। ਹੁਣ ਆਪਾਂ ਦੇਖੋ 7 ਤੇ 60 ਦੇ ਨੇੜੇ ਨੇੜੇ ਲੈ ਕੇ ਚੱਲੋ। ਕਿਹੜੀ ਸੰਖਿਆ ਲੈ ਕੇ ਜਾਂਦੇ ਹਾਂ ਆਪਾਂ 6 ਦੀ 60 ਦੇ ਵਿੱਚ ਕਿੰਨੀ ਵੈਲੂ ਪੁੱਟ ਕਰੀਏ x ਦੇ ਵਿੱਚ ਆਪਾਂ 60 ਦੇ ਵਿੱਚ 5 ਪੁੱਟ ਕਰਕੇ ਦੇਖੀਏ। ਇਹ ਬਣ ਗਿਆ 6 5 30 30 ਦੇ ਵਿੱਚ 300 ਬਣ ਗਿਆ। ਉਹਦੇ ਵਿੱਚ 1 ਜੋੜਿਆ 7 ਅਤੇ 301 ਕੀ ਹੈਗਾ 7 ਤੇ ਉਹ ਪ੍ਰੋਪਰ ਵੰਡਿਆ ਜਾਂਦਾ ਗਾ। ਠੀਕ ਹੈ। ਹੁਣ ਆਪਾਂ ਅਗਲੀ ਚੀਜ਼ ਨੂੰ ਕਨਫਰਮ ਕਰਨਾ। ਅਗਲੀ ਚੀਜ਼ ਨੂੰ ਕਿਹਨੂੰ ਕਨਫਰਮ ਕਰਨਾ ਬੱਚਿਓ ਆਪਾਂ ਅਗਲਾ ਚੀਜ਼ ਇਹ ਕਨਫਰਮ ਹੋ ਗਿਆ ਕਿ ਆਪਾਂ ਨੂੰ 301 ਪੂਰਾ ਪੂਰਾ ਹੀ ਜਾਂਦਾ। ਹੁਣ ਆਪਾਂ ਜੇ 2000 ਹੁਣ ਆਪਾਂ ਰਕਮ ਲੈ ਕੇ ਜਾਣੀ ਹੈ 273 ਕੋਲੇ। ਹੁਣ 273 60 ਦੀ ਆਪਾਂ ਕਿੰਨੇ ਨਾਲ ਗੁਣਾ ਕਰੀ ਕਿ ਆਪਾਂ 273 ਦੇ ਨੇੜੇ ਤੇੜੇ ਵਗ ਜਾਈਏ। ਜੇ ਆਪਾਂ 60 ਦੀ ਗੁਣਾ 4 ਨਾਲ ਕਰਦੇ ਹਾਂ ਇਹ ਆਉਂਦਾ 240 240 ਦੇ ਵਿੱਚ 1 ਜੋੜਿਆ ਕਿੰਨਾ ਆ ਗਿਆ 241 241 7 ਤੇ ਜਾਂਦਾ ਨਹੀਂ। ਠੀਕ ਹੈ। 241 ਹਾਂ 241 7 ਤੇ ਜਾਂਦਾ ਨਹੀਂ ਕਿਉਂਕਿ ਸੰਖਿਆ ਪ੍ਰੋਪਰ ਜਿਹੜੀ ਆਪਾਂ ਗੁਣਾ ਕਰਨੀ ਹੈ ਇੱਥੇ ਜਿੱਥੇ x ਦੀ ਵੈਲੂ ਭਰਨੀ ਹੈ ਉਹ ਸੰਖਿਆ ਪ੍ਰੋਪਰ ਗੁਣਾ ਕਰਕੇ ਨਾਲ 1 ਜੋੜ ਕੇ 7 ਦੇ ਵੰਡੀ ਹੋਣੀ ਚਾਹੀਦੀ ਹੈ। ਪਰ ਇਹ ਵਿੱਚ 273 ਵੀ ਨਹੀਂ ਵੰਡਿਆ ਜਾ ਸਕਦਾ। ਇਸ ਹਿਸਾਬ ਦੇ ਫਾਰਮੂਲੇ ਦੇ ਵਿੱਚ ਇਹ ਵੀ ਨਹੀਂ ਵੰਡਿਆ ਜਾ ਸਕਦਾ ਇਹ ਵੀ ਨਹੀਂ ਵੰਡਿਆ ਸਕਦਾ। ਤਾਂ ਜਿਹੜੀ ਅਸਲੀ ਪਛਾਣ ਕਰਨੀ ਉਹ ਆਪਾਂ 301 ਦੀ ਕਰਨੀ ਹੈ। ਠੀਕ ਹੈ ਜੀ। ਦੁਬਾਰੇ ਫੇਰ ਦੱਸ ਤੁਹਾਨੂੰ ਦੱਸਣਾ ਕੀ ਮੈਥਡ ਇਹਦੇ ਵਿੱਚ ਕਿ ਜਿਹੜਾ ਮਤਲਬ 60 LCM ਆ ਗਿਆ ਸੀ ਨਾ ਐਕਸ ਦੀ ਨਿਸ਼ਾਨੀ ਜਿਹੜੀ ਪਲੱਸ 1 ਕਰਨਾ ਆਪਾਂ ਜੋੜਨਾ ਇਹਦੇ ਵਿੱਚ ਜਿਹੜਾ ਬਾਕੀ ਬਚ ਗਿਆ ਅਤੇ 7 ਨਾਲ ਵੰਡ ਕੇ ਦੇਖਣਾ। 60 ਦੇ ਵਿੱਚ ਐਕਸ ਦੀ ਪਹਿਲੂ ਆਪਣੀ ਮਰਜ਼ੀ ਨਾਲ ਭਰ ਲਓ ਤੁਸੀਂ ਕਿ ਉਹ ਵੈਲੂ ਦੇ ਨੇੜੇ ਵਗ ਜੇ ਜਿਹਤੇ ਆਪਾਂ ਵੰਡਣਾ ਗਾ। ਆਪਾਂ ਇਹਨਾਂ 'ਚ ਆਪਸ਼ਨ ਦੇ ਹਿਸਾਬ 'ਤੇ ਵੰਡ ਕੇ ਦੇਖਿਆ। ਆਪਸ਼ਨ ਦਾ ਸਾਰਾ ਆਪਾਂ ਨੂੰ ਫਿਰ ਵੀ ਲੈਣਾ ਪਊਗਾ ਕਿ ਆਪਾਂ 301 ਦੇ ਕੋਲ ਜਾ ਕੇ ਦੇਖਦੇ 301 ਦੇ ਕੋਲ ਜਾਣ ਵਾਸਤੇ ਆਪਾਂ 5 ਨਾਲ ਗੁਣਾ ਕਰਤੀ ਪਲੱਸ 1 ਕਰਤਾ 7 301 ਬਣ ਗਿਆ ਅਤੇ 7 ਕੱਟੇ ਜਾਂਦੇ ਆਨਸਰ ਆ ਗਿਆ। 273 ਨੂੰ ਜਦੋਂ ਆਪਾਂ 60 ਨੂੰ 273 ਦੇ ਨੇੜੇ ਜਾਂਦੇ ਹਾਂ ਤਾਂ ਆਪਾਂ 240 ਦੇ ਕੋਲ ਹੀ ਰਹਿ ਜਾਂਦੇ ਹਾਂ। ਠੀਕ ਹੈ। ਆਪਾਂ ਜਮਾਂ ਕੋਲੇ ਆਉਣਾ ਚਾਹੀਦਾ ਸੀ ਕਿ 1 ਜੋੜ ਕੇ ਵਿੱਚ ਇਹਦੇ ਪੂਰੀ ਵੰਡੀ ਜਾਵੇ। ਠੀਕ ਹੈ ਜੀ। ਇੱਕ ਤਾਂ ਆਪਣਾ ਹੈਗਾ ਸੀ ਇਹ ਸਵਾਲ ਅਤੇ ਇੱਕ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਸੀ 20ਵੇਂ 21ਵੇਂ ਦੇ ਵਿੱਚ। ਦੇਖੋ ਮੈਂ ਤੁਹਾਨੂੰ ਕਿੰਨੇ ਵਾਰ ਸਮਝਾਇਆ ਕਿ ਇਹ ਸਵਾਲ ਕਿਵੇਂ ਕਰਨਾ। ਇਹ ਤੁਸੀਂ ਚੁੱਪ ਕਰਕੇ ਕੀ ਕਰਨਾ 356 ਦੇ ਵਿੱਚੋਂ 12 ਘਟਾ ਦਿਓ ਫਿਰ 1868 ਦੇ ਵਿੱਚੋਂ 12 ਘਟਾ ਦਿਓ ਫਿਰ 2764 ਦੇ ਵਿੱਚੋਂ 12 ਘਟਾ ਦਿਓ। ਤਿੰਨਾਂ ਦੇ ਵਿੱਚੋਂ ਤੁਸੀਂ 12 12 ਘਟਾ ਦੇਣਾ। 12 ਘਟਾ ਕੇ ਜਿੰਨਾ ਤੁਹਾਡੇ ਕੋਲ ਆਨਸਰ ਆ ਗਿਆ ਠੀਕ ਹੈ ਇਹ ਤੋਂ ਬਾਅਦ ਉਹਦਾ HCF ਕਰ ਦਿਓ। ਇਹ ਤੋਂ ਬਾਅਦ ਉਹਦਾ HCF ਕਰ ਦਿਓ। ਉਹ ਜਿਵੇਂ ਆਹ ਸਵਾਲ ਹੈ ਇਹ 'ਚ ਤੁਸੀਂ ਕੀ ਕਰਨਾ ਗਾ 964 ਦੇ ਵਿੱਚੋਂ ਪਹਿਲਾਂ 41 ਘਟਾ ਦਿਓ ਮੁੜ ਕੇ 1238 ਦੇ ਵਿੱਚੋਂ 31 ਘਟਾ ਦਿਓ ਅਤੇ 1400 ਦੇ ਵਿੱਚੋਂ 51 ਘਟਾ ਦਿਓ ਅਤੇ ਬਾਅਦ ਵਿੱਚ ਇਹਨਾਂ ਦਾ LCM ਕਰ ਦਿਓ ਔਰ HCF
HCF कर दो, दोनों सवालों का आंसर ऑटोमैटिक ही आ जाऊगा। ठीक है, क्योंकि मैं कट के दिखाना फिर टाइम बच्चे बड़ा हो लग जूगा, तो तुसीं आपदे आप कट के, जो फिर भी नहीं समझ आउंदा तो मैनूं फिर तुसीं थल्ले एक बारी फिर कमेंट कर दो, जिवें कल तुसीं कीती सीगी आह सवाल नहीं आया तो कल मैं पक्का कढ़वा दूंगा। हुण आपां थोड़ा अपना लेट हो जाने, लैक्चर आपां अगला भी शुरू करना। देखो बच्चे हुण अपना लैक्चर शुरू हो चुका स्केयर रूट का। अज आपां ओनली स्केयर रूट करांगे, क्यूब रूट आपां करांगे कल नूं, क्यूब रूट कल नूं करांगे। कल क्यूब रूट के नाल ही आपां सिंपलीफिकेशन भी शुरू कर देंगे। ठीक है, स्केयर रूट अपने महत्वपूर्ण टॉपिक है, एक बहुत ज़्यादा महत्वपूर्ण टॉपिक है, बहुत सारे मैंसुरेशन के भी इन्हें आपको बहुत काम देना गा। मैंसुरेशन खेतर मिति वाले ਉਹਦੇ ਵਿੱਚ बहुत ਉਹ देना ਆਪਾਂ ਨੂੰ, ਤੇ ਹੋਰ ਵੀ ਆਪਾਂ जो स्केयर रूट वाले इकाई करांगे उदों भी ਆਪਾਂ ਨੂੰ बहुत इन्होंने मतलब बहुत ਥਾਵਾਂ 'ਤੇ ਇਹ ਵਰਤਿਆ ਜਾਣਾ ਗਾ। ठीक है, नंबर सिस्टम ਦੇ ਵਿੱਚ ਵੀ ਵਰਤਿਆ ਜਾਊਗਾ, HCF ਦੇ ਵੀ ਵਰਤਿਆ ਜਾ ਸਕਦਾ ਗਾ। ਉਹ ਮੈਂ ਤੁਹਾਨੂੰ ਦੱਸੂ ਕਿਵੇਂ ਵਰਤਿਆ ਜਾ ਰਿਹਾ। ਤਾਂ ਕਰਕੇ ਸਿੰਪਲੀਫਿਕੇਸ਼ਨ ਕੱਢਣ ਤੋਂ ਪਹਿਲਾਂ ਆਪਾਂ ਨੂੰ ਸਕੇਅਰ रूट ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਸਕੇਅਰ रूट ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਆਪਾਂ ਨੂੰ ਕੀ ਚੀਜ਼ਾਂ ਪਤਾ ਹੋਣੀ ਚਾਹੀਦੀਆਂ। ਆਪਾਂ ਨੂੰ ਸਕੇਅਰ ਪਤਾ ਹੋਣੇ ਚਾਹੀਦੇ ਬੱਚੋ 1 ਤੋਂ ਲੈ ਕੇ 20 ਤੱਕ। ਮੈਂ ਤੁਹਾਨੂੰ ਕੰਮ ਦੱਸਿਆ ਸੀ, ਨਹੀਂ ਪਤਾ ਕਿ ਤੁਸੀਂ ਯਾਦ ਕੀਤੇ ਹੋਏ ਕਿ ਨਹੀਂ ਕੀਤੇ ਹੋਏ। 1 ਤੋਂ 20 ਤੱਕ ਸਕੇਅਰ ਦਾ ਕੀ ਮਤਲਬ ਹੁੰਦਾ। ਸਕੇਅਰ ਦਾ ਮਤਲਬ ਹੁੰਦਾ ਬੱਚੋ ਕਿਸੇ ਚੀਜ਼ ਦੇ ਉੱਪਰ 2 ਹੋਣਾ। ਜੇ ਕਿਸੇ ਚੀਜ਼ ਦੇ ਉੱਪਰ 2 ਹੈ ਉਹਨੂੰ ਆਪਾਂ ਸਕੇਅਰ ਕਹਿ ਦਿੰਦੇ ਹੁੰਦੇ ਆ। ठीक है, ਇਹਦਾ ਮਤਲਬ ਕੀ ਹੁੰਦਾ ਹੈਗਾ, ਜਿਹੜੀ ਚੀਜ਼ ਦਾ ਸਕੇਅਰ ਹੁੰਦਾ ਇਹਦਾ ਮਤਲਬ ਜੇ 5 ਦੇ ਉੱਤੇ ਸਕੇਅਰ ਹੈ, 2 ਨੂੰ ਸਕੇਅਰ ਕਹਿ ਦਿੰਦੇ ਆ, ਤੇ ਇਹਦਾ ਮਤਲਬ ਹੈ ਕਿ 5 ਦੀ 5 ਨਾਲ ਗੁਣਾ ਕਰਕੇ 25 ਆਊਗਾ। ਅੰਡਰ रूट 25 ਦੀ ਵੈਲਿਊ ਕਿੰਨੀ ਹੁੰਦੀ ਹੈ ਬੱਚੋ 5। ਅੰਡਰ रूट 36 ਦੀ ਵੈਲਿਊ ਕਿੰਨੀ ਹੁੰਦੀ, ਕਿਹਦਾ ਸਕੇਅਰ ਹੈ 36 6 ਦਾ। ਠੀਕ ਹੈ, 49 ਕਿਹਦਾ ਸਕੇਅਰ ਹੈ 7 ਦਾ। ਠੀਕ ਹੈ ਜੀ, ਇਹ ਚੀਜ਼ ਹੁੰਦੀ ਹੈ। ਤੇ ਜੇ ਕਿਤੇ ਆਪਾਂ ਨੂੰ ਰਕਮ ਆਇਆ ਜੇ ਅੰਡਰ रूट 25 जो उत्ते स्केयर आ जाए तो आ कट्टे जाएंगे, तो वैल्यू 25 रह जाती होंगी। जो उत्ते स्केयर आ गया रूट के उपर स्केयर आ गया, स्केयर ना स्केयर कट्टिया जाता होंगे। ठीक है, तो 25 आंसर रह जाता होंगे। देखो सब तो पहले आप स्केयर रूट कढ़ने का थोड़ा तरीका दसदा की तरीका है। देखो 1 एकम 1, 2 दूनी 2 2 4 तीओ तीओ 9 चौको चौकी 16 5 5 25 छिकम छिकम 36 7 59 8 8 64 9 9 81 तो 10 दी ना करी 100 11 11 121 12 12 144 33 169 14 14 196 15 15 225 16 16 256 27 299 18 18 324 19 19 361 20 20 400। ਹੁਣ ਆਪਾਂ ਕੱਢਣਾ ਸਿਖਾਉਣਾ ਤੁਹਾਨੂੰ ਮੈਂ ਤਰੀਕਾ ਕੀ ਹੈ ਬੱਚੋ ਸਕੇਅਰ रूट ਕੱਢਣ ਦਾ। ਪੇਪਰ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਪ੍ਰਸ਼ਨ ਪਾਤਾ ਬੱਚੋ। ਪ੍ਰਸ਼ਨ ਕੀ ਪਾਤਾ, ਕਹਿੰਦੇ 196 ਦਾ ਕਿਸ ਦਾ ਸਕੇਅਰ रूट है 196। देखो जो अपने पढ़िया होगा अपन पता लग जूगी ये स्केयर रूट है 14 के, जब आप 14 की 14 गुणा करते हैं तो 196 आऊगा। कहना मतलब कि 196 की स्केयर रूट है 14 का स्केयर रूट है। जो अपन लिख दें 225 की स्केयर रूट अपन डायरैक्ट पता लग जूगी 25 का 15 का गा। ठीक है, 225 15 25 की 15 का। जो अपन उत्थे लिखता उन्होंने कि भाई दसो 256 की स्केयर रूट अपने याद होगा 256 तक 16 16 256 होंगे जी, ये 16 का स्केयर रूट है। जे उन्हें लिखता कि 299 की स्केयर रूट है, दसो आंसर के ऑप्शन लिखते हैं 17 18, तो अपन वो अंदाजा ला लेंगे ये 17 का स्केयर रूट है। ये चीज़ा एज इट तुम याद रखनी है। इतों तक आप चलो मान लो याद रख लेंगे आप। जे अपन कई बार ऑपरेशन बड़ा पा देना लिख देना अपन कि 32 गुणा 32 कि 1000 देखो बच्चों जिवें उन्होंने पाता बई अपन ऐ ऑपरेशन पाउणगे, वो कहणगे दसो कि 1024 जिहड़ा हैगा गा ये तुसीं की दसना, सानूं स्केयर रूट दसना 1024 का। ठीक है, 1024 का की दसना स्केयर रूट दसना है कि 1024 की स्केयर रूट है। 20 तक तो आप पढ़े हुए हैं, उतों तक तो आप दस देंगे। चलो चल बच्चे 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 30 तक भी याद हैगा, वो भी दस देंगे। ठीक है, जिवें 40 40 हो गया 40 40 का 1600 होना, यह जिहा कुछ दस्सिया जांदा हुंदा गा। पर रौला पैंदा गा इत्थे कि इहदा किवें कड्ढीए। हुण आपां इहदा फार्मूला कड्ढण दा बच्चों एक मैथड हैगा स्केयर रूट कड्ढण दा। स्केयर रूट दे विच सब तो पहलां आपां चीज़ देखनी पिछली बास, वो देखनी आपां सारे इन्हां चीज़ां दे विचों। इहदा इकाई अंक चक लो पहलां तुसीं, स्केयर रूट दे विच इकाई अंक चक लो। जो किसी ने कहता नहीं आपनूं स्केयर रूट दसो, इहदा इकाई अंक चक लो। हुण आपां ये देखो कि 4 आ जिहड़ा वो किहदे किहदे मगर आ रिहा है, 4 किहदे किहदे मगर आ रहा है इन्हां दे विचों, ते एक 4 आ रहा इहदे मगर, एक 4 आ रहा 64 दे मगर। ये अलग लिख लो, 2 भी लिख लो 8 भी लिख लो। ठीक है, 2 4 किहदे किहदे मगर आ रहा है, 2 दे मगर भी आ रहा है 8 दे मगर भी आ रहा है। ओके जी, इत्थों तक सारी गल क्लीयर हैगी सारे बच्चों नूं, इन्नी गल समझ गए। दूसरी गल आपां की देखनी है, दूसरी गल आपां देखनी है आहा 10 आ दूआ दे नाल ही आ जाता होंदा। बस फिर मुड़ के देखने आप 4 अंक वाली दे विचों पहला पिछले एक अंक देखना, फिर आप मूहरले 2 देखने जे 4 अंक दिते हुए आपां नूं। तां हुण आपां देखना कि 10 किहदे किहदे विचाले आ रहा है,
1 ਤੋਂ ਲੈ ਕੇ 4 ਦੇ ਵਿੱਚ ਤਾਂ 2 3 4 ਆ ਰਿਹਾ, 10 ਆ ਰਿਹਾ, 9 ਤੇ 16 ਦੇ ਵਿੱਚ ਆ ਰਿਹਾ ਬੱਚੋ 10, 9 ਤੇ 16 ਦੀ ਗਿਣਤੀ ਦੇ ਵਿੱਚ 10 ਆ ਰਿਹਾ ਹੈ। ਓਕੇ ਜੀ, ਆਵਾ 'ਚ ਆਪਾਂ ਦੇਖਣਾ 10 ਹੈ ਕਿਹਦੇ ਨੇੜੇ, ਜਿਹੜਾ 10 ਆ ਰਿਹਾ ਕਿਹਦੇ ਨੇੜੇ, ਜਿਹਦੇ ਨੇੜੇ ਆ ਉਹੀ ਸੰਖਿਆ ਚੱਕ ਲੈਣੀ ਹੈ। ਤਾਂ 10 ਨੇੜੇ ਆ ਰਿਹਾ ਹੈਗਾ 9 ਦੇ, ਠੀਕ ਹੈ ਜੀ। 10 ਨੇੜੇ ਕਿਹਦੇ ਆ ਰਿਹਾ ਹੈ, 9 ਦੇ ਨੇੜੇ ਆ ਰਿਹਾ, ਤਾਂ ਆਪਾਂ ਲਾ ਲਾਂਗੇ ਮੂਹਰਲਾ 3, ਮੂਹਰਲਾ ਆਪਾਂ 3 ਲਾ ਲਾਂਗੇ। ਓਕੇ ਜੀ, ਜਦੋਂ ਮੂਹਰਲਾ ਆਪਾਂ 3 ਲਾ ਲਿਆ, ਹੁਣ ਆਪਾਂ ਦੇਖਣਾ ਕਿ ਇਹਨਾਂ ਦੇ ਵਿੱਚ ਦੂਆ ਨਾਲ ਲਾਉਣਾ ਤੇ 8 ਨਾਲ ਲਾਉਣਾ। ਓਕੇ ਜੀ, ਕਿ ਦੂਆ ਨਾਲ ਲਾਉਣਾ ਹੈ ਕਿ ਆਪਾਂ 8 ਨਾਲ ਲਾਉਣਾ, ਇਹ ਚੀਜ਼ ਦੇਖਣੀ ਹੈ। ਹੁਣ ਆਪਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ, ਜਿੰਨਾ ਸੰਖਿਆ ਦੇ ਵਿੱਚ ਆ 10 ਜਿਹੜਾ ਜਿਨ੍ਹਾਂ ਦੇ ਵਿੱਚ ਆ ਰਿਹਾ ਸੀ, ਉਹਨਾਂ ਦੋਨੇ ਰਕਮਾਂ ਨੂੰ ਆਪਸ ਦੇ ਵਿੱਚ ਗੁਣਾ ਕਰ ਦਿਓ। 4 ਤੇ 3 ਦੇ ਵਿੱਚ ਆ ਰਿਹਾ ਸੀ ਨਾ, 4 ਤੀਆ 12 ਕਰ ਦਿਓ। ਜੋ 4 ਤੀਆ 12 ਕਰਤਾ, ਹੁਣ ਆਪਾਂ ਇਹ ਦੇਖਣਾ ਕਿ ਜਿਹੜਾ 10 ਹੈਗਾ ਉਹ 12 ਤੋਂ ਛੋਟਾ ਤਾਂ ਵੱਡਾ ਹੈਗਾ, ਠੀਕ ਹੈ। ਜਿਹੜਾ 12 ਹੈਗਾ, ਜਿਹੜਾ 12 ਕੱਢਿਆ ਆਪਾਂ, ਇਹ ਤੋਂ ਛੋਟਾ ਤਾਂ ਵੱਡਾ 10 ਤੋਂ, ਇਹ ਆਪਾਂ ਨੂੰ ਪਤਾ ਕਿ ਜਿਹੜਾ ਵੀ ਆਪਾਂ 12 ਕੱਢਿਆ ਹੈਗਾ ਇਹ 10 ਤੋਂ ਵੱਡਾ, ਤਾਂ ਆਪਾਂ ਇੱਥੇ ਚੁੱਪ ਕਰਕੇ ਵੱਡੀ ਰਕਮ ਜਿਹੜੀ ਥੱਲੇ ਤਾਰ ਦਾਂਗੇ। ਅਤੇ ਇਹ ਭਾਈ ਹੈਗਾ ਜ਼ਰੂਰ 38 ਦਾ। ਦੇਖੋ ਜਦੋਂ ਆਪਾਂ 38 ਦੀ 38 ਨਾਲ ਗੁਣਾ ਕਰਾਂਗੇ, 8 8 64, 8 ਤੀਆ 24, 24 ਦੇ ਵਿੱਚ 6 ਜੋੜੇ 30। ਓਕੇ ਜੀ, 8 ਤੀਆ 24 ਅਤੇ 1 ਮਿੰਟ ਗੁਣਾ ਥੋੜ੍ਹੀ ਜਿਹੀ ਗਲਤ ਹੋ ਗਈ, 38 ਗੁਣਾ 38 ਕਰਕੇ ਦੇਖਣਾ ਨਾ ਆਪਾਂ। 8 8 64, 8 ਤੀਆ 24, 24 ਤੇ 6 30, 8 ਤੀਆ 24, 9 10 11, ਇਹ ਚੱਕਰ ਪੈ ਗਿਆ। 1024 38 ਦਾ ਨਹੀਂ ਆ ਰਿਹਾ, ਸੌਰੀ ਬੱਚੇ 132। ਦੇਖੋ ਇੱਕ ਧਿਆਨ ਨਾਲ ਦੇਖੋ, ਦੁਬਾਰੇ ਫਿਰ ਧਿਆਨ ਨਾਲ ਦੇਖੋ 1 ਮਿੰਟ। 1024 ਦਾ ਕੱਢਣਾ ਸੀ ਆਪਾਂ ਸਕੁਅਰ ਰੂਟ, ਸਾਰਾ ਕੁਝ ਸਹੀ ਕੱਢਿਆ ਆਪਾਂ, ਕੋਈ ਗੱਲ ਨਹੀਂ। 4 ਕਿਹਦੇ ਮੰਗ ਰਿਹਾ, 2 ਦੇ ਮੰਗ ਆ ਰਿਹਾ, ਅਤੇ ਕਿਹਦੇ ਮੰਗ ਆ ਰਿਹਾ, 8 ਦੇ ਮੰਗ ਆ ਰਿਹਾ, ਸਾਰਾ ਕੁਝ ਸਹੀ ਕੱਢਿਆ ਸੀ ਆਪਾਂ, ਠੀਕ ਹੈ। 8 ਦੇ ਮੰਗ ਆ ਰਿਹਾ ਹੈਗਾ। ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ, ਇਸ ਤੋਂ ਬਾਅਦ ਆਪਾਂ ਦੇਖਣਾ ਕਿ 10 ਕਿਹਦੇ ਵਿੱਚ ਆ, 10 ਦੀ ਗਿਣਤੀ ਕਿਹਦੇ ਵਿੱਚ ਆਉਂਦੀ ਹੈ, ਇਹਦੇ ਵਿੱਚ ਆਉਂਦੀ ਹੈ। ਫਿਰ ਆਪਾਂ ਦੇਖਣਾ ਕਿ ਦੋਨਾਂ ਦੇ ਵਿੱਚੋਂ ਕਿਹਦੇ ਨੇੜੇ ਆ 10, 10 ਹੈਗਾ ਵੀ 30 ਦੇ ਨੇੜੇ, ਠੀਕ ਹੈ। 30 ਆਪਾਂ ਤਾਰ ਲਿਆ। ਬਾਅਦ ਵਿੱਚ ਆਪਾਂ ਇਹ ਦੇਖਣਾ ਹੁੰਦਾ ਕਿ ਇਹਨਾਂ ਦੇ ਵਿੱਚ ਦੂਆ ਲਾਈਏ ਕਿ 8 ਲਾਈਏ, ਵੱਡੀ ਰਕਮ ਲਾਈਏ, ਛੋਟੀ ਰਕਮ ਲਾਈਏ ਕਿ ਵੱਡੀ ਰਕਮ ਲਾਈਏ। ਉਹਦੇ ਬਾਅਦ ਆਪਾਂ ਕੀ ਕਰਦੇ, 4 ਤੀਏ 12 ਕਰਦੇ ਹੁੰਦੇ ਆ। ਹੁਣ ਆਪਾਂ ਇਹ ਦੇਖਣਾ ਕਿ ਜਿਹੜਾ 10 ਹੈਗਾ ਇਹ 12 ਤੋਂ ਛੋਟਾ ਤਾਂ ਵੱਡਾ ਹੈ, ਆਹ ਦੇਖਣਾ ਆਪਾਂ। 10 ਭਾਈ 12 ਤੋਂ ਹੈਗਾ ਛੋਟਾ, ਤਾਂ ਕਰਕੇ ਆਪਾਂ ਕਿਹੜੀ ਰਕਮ ਲਾਵਾਂਗੇ, ਛੋਟੀ ਰਕਮ ਲਾਵਾਂਗੇ। ਜੇ ਇੱਥੇ ਕੋਈ ਹੋਰ ਰਕਮ ਹੁੰਦੀ 10 ਤੋਂ 12 ਜਿਹੜਾ ਹੈਗਾ 12 ਤੋਂ ਵੱਡਾ ਹੁੰਦਾ, 10 ਦੀ ਜਗ੍ਹਾ 'ਤੇ ਕੋਈ ਹੋਰ ਚੀਜ਼ ਹੁੰਦੀ ਉਹ 12 ਤੋਂ ਵੱਡੀ ਹੁੰਦੀ, ਤਾਂ ਆਪਾਂ ਫਿਰ 8 ਲਾਉਂਦੇ, ਠੀਕ ਹੈ। ਜੇ ਆਪਾਂ 32 ਦੀ 32 ਨਾਲ ਗੁਣਾ ਕਰਾਂਗੇ, ਆਪਣੇ ਕੋਲ ਕੀ ਆ ਜਾਊਗਾ, 4 6 6 9 1024। ਓਕੇ ਜੀ, ਹੁਣ ਆਪਾਂ ਅਗਲਾ ਸਕੁਅਰ ਰੂਟ ਕੱਢ ਕੇ ਦੇਖਦੇ ਹਾਂ, ਜਮਾਂ ਸੇਮ ਟੂ ਅਗਲਾ ਸਕੁਅਰ ਰੂਟ ਬੱਚੇ ਉਹਨਾਂ ਨੇ ਆਪਾਂ ਨੂੰ ਦੇਤਾ ਭਾਈ, ਕਹਿੰਦੇ 1764 ਦਾ ਦੱਸੋ ਕਿੰਨਾ ਸਕੁਅਰ ਰੂਟ ਹੈ, ਠੀਕ ਹੈ। ਕਿਹਦੀ ਗੁਣਾ ਕਰਕੇ 1764 ਬਣਾਇਆ ਹੋਇਆ ਆਪਾਂ। ਜਿਵੇਂ ਇੱਥੇ ਦੁਬਾਰੇ ਫੇਰ ਸਮਝ ਲਓ, ਜੇ 25 ਦਾ ਸਕੁਅਰ ਰੂਟ ਕੱਢਣਾ ਉਹ ਤਾਂ 5 ਆਊਗਾ। ਆਹ ਦੇਖੋ 25 ਦਾ ਸਕੁਅਰ ਰੂਟ ਆ 5 ਦਾ, 36 ਦਾ ਸਕੁਅਰ ਰੂਟ ਆ 6 ਦਾ, 49 ਦਾ ਸਕੁਅਰ ਰੂਟ ਆ 7 ਦਾ। ਉਵੇਂ ਜਿਵੇਂ ਇਹਨੇ ਪੁੱਛਣਾ ਕਿ 1764 ਦੱਸੋ ਕਿਹਦਾ ਸਕੁਅਰ ਰੂਟ ਹੈ, ਦੁਬਾਰੇ ਫਿਰ ਕੀ ਚੱਕ ਲਓ, ਇਕਾਈ ਅੰਕ ਚੱਕ ਲਓ ਪਹਿਲਾਂ ਤਾਂ ਇਹਦਾ। ਕਿਹਦੇ ਮਗਰ 4 ਆ ਰਿਹਾ ਪੁੱਤਰੋ, 4 ਇੱਕ ਤਾਂ ਆ ਰਿਹਾ 2 ਦੇ ਮਗਰ, 1 ਆ ਰਿਹਾ 8 ਦੇ ਮਗਰ। 17 ਕਿਹਦੇ ਵਿੱਚ ਆ ਰਿਹਾ, 17 ਆ ਰਿਹਾ 4 ਤੇ 5 ਦੇ ਵਿੱਚ। ਕਿਹਦੇ ਨੇੜੇ ਆ ਉਹ, 17 ਕਿਹਦੇ ਨੇੜੇ ਆ, 4 ਦੇ ਨੇੜੇ ਆ। 4 ਆਪਾਂ ਲਾ ਲਿਆ, ਮੂਹਰਲਾ ਤਾਂ ਆਪਾਂ ਨੂੰ ਕਨਫਰਮ ਹੋ ਗਿਆ। ਹੁਣ ਆਪਾਂ ਦੇਖਣਾ ਕਿ ਦੂਆ ਲਾਈਏ ਮਗਰ ਕਿ 8 ਲਾਈਏ। ਉਹ ਦੇਖਣ ਵਾਸਤੇ ਆਪਾਂ ਕੀ ਕਰਾਂਗੇ, ਜਿਹਦੇ ਵਿੱਚ ਇਹ ਆ ਰਿਹਾ ਹੈਗਾ ਉਹਨਾਂ ਨੇ ਮੂਹਰਲੇ ਅੱਖਰਾਂ ਦੀ ਆਪਸ 'ਚ ਗੁਣਾ ਕਰਕੇ ਆਪਾਂ ਕਿੰਨਾ ਲਾ ਦਾਂਗੇ, 20 ਲਾ ਦਾਂਗੇ। ਹੁਣ ਤੁਸੀਂ ਦੇਖੋ ਕਿ 20 ਤੋਂ 17 ਛੋਟਾ ਤਾਂ ਵੱਡਾ ਹੈ, 20 ਤੋਂ ਜਿਹੜਾ 17 ਹੈਗਾ ਛੋਟਾ, ਤਾਂ ਆਪਾਂ ਛੋਟੀ ਰਕਮ ਲਾ ਦਾਂਗੇ 42। ਦੇਖੋ ਠੀਕ ਹੈ ਨਾ, ਜਦੋਂ ਆਪਾਂ 42 ਦੀ 42 ਨਾਲ ਗੁਣਾ ਕਰਾਂਗੇ, 4 8 8 16 4 16, ਆ ਗਿਆ 1764। ਓਕੇ ਜੀ, ਹੁਣ ਆਪਾਂ ਕੱਢਣ ਲੱਗੇ ਇਹ ਤੋਂ ਅਗਲਾ ਸਵਾਲ, ਸਕੁਅਰ ਰੂਟ ਉਹ ਕੱਢਣ ਲੱਗੇ ਆਪਾਂ ਨੂੰ ਦੇਤਾ ਭਾਈ ਉਹਨਾਂ ਨੇ, ਕਹਿੰਦੇ 4761 ਦਾ ਸਕੁਅਰ ਰੂਟ ਦੱਸੋ, 4761 ਦਾ ਸਕੁਅਰ ਰੂਟ ਦੱਸੋ ਕਿੰਨਾ ਆਊਗਾ। ਉਹੀ ਤਰੀਕਾ ਫਿਰ ਦੇਖ ਲਓ, ਇੱਕ ਕਿਹਦੇ ਮਗਰ ਆ ਰਿਹਾ, ਇੱਕ ਤਾਂ ਆ ਰਿਹਾ 1 ਦੇ ਮਗਰ, 1 ਆ ਰਿਹਾ 9 ਦੇ ਮਗਰ, 1 ਔਰ 9 ਦੇ ਮਗਰ ਕੀ ਆ ਰਿਹਾ, 1 ਆ ਰਿਹਾ। ਹੁਣ ਆਪਾਂ ਮੂਹਰਲੇ 47 ਚੱਕਣੇ ਆ। 47 ਕਿਹਦੇ ਵਿੱਚ ਆ ਰਿਹਾ, 47 ਆ ਰਿਹਾ 36 ਅਤੇ 49 ਦੇ ਵਿੱਚ। 36 ਅਤੇ 49 ਦੇ ਵਿੱਚ ਕੀ ਆ ਰਿਹਾ, 47 ਆ ਰਿਹਾ ਪੁੱਤਰੋ ਆਪਣਾ। ਓਕੇ ਜੀ,
ਤੇ ਇਹ ਆ ਰਿਹਾ ਕਿਹਦੇ ਵਿੱਚ 47। ਇਹਨਾਂ ਦੋਨਾਂ ਦੇ ਵਿੱਚ ਆਪਾਂ ਛੋਟੀ ਰਕਮ ਚੱਕਣੀ ਹੁੰਦੀ ਹੈ। ਠੀਕ ਹੈ, ਇਹਨਾਂ ਦੇ ਵਿੱਚੋਂ ਹਮੇਸ਼ਾ ਆਪਾਂ ਛੋਟੀ ਰਕਮ ਚੱਕਣੀ ਤੇ ਛੋਟੀ ਰਕਮ ਕਿਹੜੀ ਹੈ 6। ਓਕੇ ਜੀ, 6 ਤਾਰ ਲਿਆ ਆਪਾਂ, ਛੋਟੀ ਰਕਮ 6 ਤਾਰ ਲਿਆ। ਇਸ ਤੋਂ ਬਾਅਦ ਹੁਣ ਆਪਾਂ ਦੇਖਣਾ ਕਿ ਭਾਈ ਏਕਾ ਲਾਉਣਾ ਨਾਲ ਕਿ ਦੂਆ ਲਾਉਣਾ, ਨਾਇਆ ਲਾਉਣਾ ਇਹਦੇ ਨਾਲ। ਤਾਂ ਆਪਾਂ ਕੀ ਕਰਾਂਗੇ, ਸਾਤੂ ਛਿਕ ਕੀ ਕਰ ਦਾਂਗੇ, ਸਾਤੂ ਛਿਕ 42 ਕਰ ਦਾਂਗੇ। ਠੀਕ ਹੈ, ਹੁਣ ਦੱਸੋ ਕਿ ਆਪਾਂ 42 ਤੋਂ ਭਾਈ 47 ਛੋਟਾ ਤਾਂ ਵੱਡਾ ਹੈ, ਜਿਹੜਾ 47 ਹੈ ਉਹ 42 ਤੋਂ ਵੱਡਾ ਹੈਗਾ, ਤਾਂ ਕਰਕੇ ਆਪਾਂ ਇੱਥੇ ਕੀਨਾ ਲਾ ਦਾਂਗੇ, ਨਾਇਆ ਲਾ ਦਾਂਗੇ। ਜੋ 69 ਦੀ 69 ਨਾਲ ਗੁਣਾ ਕਰਾਂਗੇ ਆਪਾਂ, ਆਪਣੇ ਕੋਲ 4761 ਆਨਸਰ ਆ ਜਾਊਗਾ। ਓਕੇ ਜੀ, ਹੁਣ ਇਹ ਤੋਂ ਬਾਅਦ ਇੱਕ ਸਵਾਲ ਤੁਹਾਨੂੰ ਮੈਂ ਹੋਰ ਕਰਵਾਉਣ ਲੱਗਿਆ ਹੈਗਾ, ਧਿਆਨ ਨਾਲ ਸਮਝਣਾ। ਉਹ ਆਪਾਂ ਪਾਉਣੇ ਆ 85 ਗੁਣਾ 85। ਮੈਨੂੰ कहता भाई इन्होंने कहने दसो बई स्केयर 7225 का स्केयर रूट कितना होगा। ਉਹੀ ਚੀਜ਼ ਦੁਬਾਰੇ ਫੇਰ ਜਿਹੜਾ 5 ਆ ਇਕੱਲਾ ਬੱਚੇ ਉਹ 5 ਦੇ ਪਹਾੜੇ 'ਚ ਹੀ ਆਉਂਦਾ ਗਾ। ਜਿਹੜਾ ਇਕੱਲਾ 5 ਹੈਗਾ ਇਕਾਈਆਂ ਕਿ 5 ਉਹ ਕੋਲੇ 5 ਦੇ ਪਹਾੜੇ 'ਚ ਆਉਂਦਾ, ਕਹਿੰਦਾ ਮਤਲਬ ਕਿ ਮਗਰ ਤਾਂ 5 ਲੱਗ ਹੀ ਜਾਊਗਾ। ਓਕੇ, ਤੇ ਹੁਣ ਰੌਲਾ ਰਹਿ ਗਿਆ 72 ਦਾ। 72 ਕਿਹਦੇ ਵਿਚਾਲੇ ਆ ਰਿਹਾ ਹੈ, 72 ਵਿਚਾਲੇ ਆ ਰਿਹਾ ਇਹਨਾਂ ਦੇ ਵਿਚਾਲੇ ਆ ਰਿਹਾ। ਤਾਂ ਆਪਾਂ ਛੋਟੀ ਰਕਮ ਚੱਕ ਲਾਂਗੇ। ਛੋਟੀ ਰਕਮ ਕਿਹੜੀ ਹੈ 8। ਠੀਕ ਹੈ, ਬਸ ਡਾਇਰੈਕਟ ਹੀ ਹੋ ਗਿਆ। 85 ਜਦੋਂ 85 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਸਿੱਧਾ ਕੀ ਆ ਜਾਊਗਾ 5 ਆ ਜਾਊਗਾ। 85 85 ਆ ਜਾਊਗਾ ਸਿੱਧਾ ਇਹਦੇ ਵਿੱਚ, ਕਿਉਂਕਿ ਆਪਾਂ ਨੇੜੇ ਛੋਟੀ ਰੱਖਣੀ ਹੁੰਦੀ ਹੈ ਦੋਨਾਂ ਦੇ ਵਿੱਚੋਂ ਜਿਹੜੀ ਛੋਟੀ ਹੋਵੇ। ਜਿਵੇਂ 6 ਤੇ 7 ਆ ਰਿਹਾ ਤਾਂ ਆਪਾਂ 6 ਚੱਕਾਂਗੇ, ਜੇ 4 ਤੇ 5 ਦੇ ਵਿੱਚ ਆ ਰਿਹਾ ਤਾਂ ਆਪਾਂ 4 ਚੱਕਾਂਗੇ, ਜੇ 2 ਤੇ 3 ਦੇ ਵਿੱਚ ਆ ਰਿਹਾ ਤਾਂ ਆਪਾਂ 2 ਚੱਕਾਂਗੇ। ਤੇ ਉਹਦੇ ਹੁਣ ਤੁਸੀਂ ਕਹੋਗੇ ਕਿ ਉਹ ਫਾਰਮੂਲਾ ਕਿਉਂ ਨਹੀਂ ਲਾਇਆ ਆਪਾਂ, ਉਹ ਆਪਾਂ ਉਦੋਂ ਕੱਢਣਾ ਜਦੋਂ ਬੱਚੇ 2 ਸੰਖਿਆਵਾਂ ਹੋਣ, ਜਿਵੇਂ 2 ਤੇ 8 ਆ। 5 ਤਾਂ ਹੁਣ ਇਕੱਲੇ ਹੀ 5 ਦਾ ਕਿਸੇ ਨਾਲ ਕੰਪੀਟੀਸ਼ਨ ਹੈ ਨਹੀਂ, ਤੇ ਆਪਾਂ ਵੱਡਾ ਛੋਟਾ ਕੱਢ ਕੇ ਕੀ ਕਰਨਾ ਗਾ। ਠੀਕ ਹੈ, ਹੁਣ ਆਪਾਂ ਸਕੁਅਰ ਰੂਟ ਦਾ ਕੱਢਣ ਲੱਗੇ ਹਾਂ ਲਾਸਟ ਸਵਾਲ। ਇਸ ਤੋਂ ਬਾਅਦ ਤੁਹਾਨੂੰ ਮੈਂ ਥੋੜ੍ਹੇ ਸਵਾਲ ਪਾਊਂਗਾ ਸਕੁਅਰ ਰੂਟ ਦੇ। ਹੁਣ ਮੈਂ ਸਕੁਅਰ ਰੂਟ ਕੱਢਣ ਲੱਗਿਆ ਬੱਚੋ 9025 ਦਾ ਸਕੁਅਰ ਰੂਟ ਦੱਸੋ। ਪ੍ਰਸ਼ਨ ਇਹ ਪੁੱਛ ਸਕਦੇ ਆ 9025 ਦਾ ਸਕੁਅਰ ਰੂਟ ਦੱਸੋ। ਠੀਕ ਹੈ, ਤੇ 9025 ਦਾ ਸਕੁਅਰ ਰੂਟ ਕਿੰਨਾ, ਉਹੀ ਚੀਜ਼ ਮਗਰ ਫੇਰ ਦਿੱਤੀ ਇਹਨਾਂ ਨੇ। 5 ਤਾਂ ਆਪਾਂ ਕੱਢ ਹੀ, 5 ਤਾਂ ਆਪਾਂ ਡਾਇਰੈਕਟ ਹੀ ਲਾ ਦਾਂਗੇ। ਹੁਣ 90 ਦੇਖ ਲਓ ਕਿਹਦੇ ਵਿੱਚ ਆ ਰਿਹਾ, 90 ਆ ਰਿਹਾ ਇਹਨਾਂ ਦੇ ਵਿੱਚ, ਤਾਂ ਮੂਹਰੇ ਨਾ ਹੀ ਲਾ ਦਿਓ, ਛੋਟੀ ਚੱਕਣੀ ਹੁੰਦੀ ਦੋਨਾਂ ਦੇ ਵਿੱਚੋਂ। ਆਪਾਂ ਆ ਗਿਆ ਆਨਸਰ। ਠੀਕ ਹੈ, ਹੁਣ ਤੁਸੀਂ ਕੱਢਣੇ ਬੱਚੋ ਸਕੁਅਰ ਰੂਟ। ਤੁਸੀਂ ਕਿਹੜੇ ਕੱਢਣੇ ਆ ਦੇਖ ਲਓ, ਤੁਹਾਨੂੰ ਲਿਖ ਕੇ ਦਿੰਦਾ, ਤੁਸੀਂ ਕੱਢ ਕੇ ਲਿਆਉਣੇ। ਜੇ ਕੱਲ੍ਹ ਨੂੰ ਨਾ ਸਮਝਿਆ ਤਾਂ ਮੈਨੂੰ ਦੱਸ ਦਿਓ, ਤੁਹਾਡਾ ਕੰਮ ਹੈ ਇਹ। 4499 ਦਾ ਸਕੁਅਰ ਰੂਟ ਕੱਢਿਓ ਇੱਕ ਤਾਂ। ਠੀਕ ਹੈ ਜੀ, ਇੱਕ ਤੁਸੀਂ ਕੱਢਣਾ ਸਕੁਅਰ ਰੂਟ 3969 ਦਾ। ਇੱਕ ਤੁਸੀਂ ਕੱਢਣਾ ਅੰਡਰ ਰੂਟ 7569 ਦਾ। ਇੱਕ ਤੁਸੀਂ ਅੰਡਰ ਰੂਟ ਕੱਢਣਾ ਹੈਗਾ, ਔਖਾ ਦੱਸੋ ਤੁਹਾਨੂੰ ਮੈਂ, 6241 ਦਾ। ਓਕੇ ਜੀ, ਇਹ ਰੂਟ ਤੁਸੀਂ ਕੱਢਣੇ। 4 ਸਵਾਲ ਮੈਂ ਤੁਹਾਨੂੰ ਲਿਖ ਕੇ ਦਿੱਤੇ ਆ। ਠੀਕ ਹੈ, ਇਹ ਸਵਾਲ ਮੈਂ ਤੁਹਾਨੂੰ ਲਿਖ ਕੇ ਦਿੱਤਾ, ਕੋਈ ਮੈਂ ਆਪਸ਼ਨ ਨਹੀਂ ਦੇਣੀਆਂ ਇਹਦੀਆਂ, ਅਤੇ ਤੁਸੀਂ ਆਪਦੇ ਆਪ ਸਵਾਲ ਕੱਢਣੇ ਆ ਇਹ। ਠੀਕ ਹੈ, 4 ਦੇ ਅੰਡਰ ਰੂਟ ਕੱਢ ਕੇ ਕੱਲ੍ਹ ਨੂੰ ਮੈਨੂੰ ਦੱਸ ਦਿਓ। ਜੇ ਤੁਹਾਨੂੰ ਕਿਸੇ ਦਾ ਅੰਡਰ ਰੂਟ ਨਹੀਂ ਨਿਕਲਿਆ ਤਾਂ ਤੁਸੀਂ ਮੈਨੂੰ ਰਕਮ ਸੈਂਡ ਕਰਕੇ ਸੋਲਵੇਟਰ ਲਿਖ ਦਿਓ ਨਾਲ, ਜਿਵੇਂ ਕੱਲ੍ਹ ਲਿਖ ਕੇ ਭੇਜਿਆ ਸੀ LCM ਦੇ ਸਵਾਲਾਂ ਦੇ ਵਿੱਚ। ਠੀਕ ਹੈ, ਤੇ ਆਹ ਭਾਈ ਆਪਾਂ ਸਵਾਲ ਕੱਢਣੇ ਚੰਗੀ ਤਰ੍ਹਾਂ। ਤੇ ਰੀਜਨਲ ਲੈਕਚਰ ਤੁਹਾਨੂੰ ਮਿਲੂਗਾ ਕੱਲ੍ਹ ਤੋਂ। ਆਪਾਂ ਟਾਈਮ ਸਿਰ ਹੀ ਚੱਲਿਆ ਕਰਾਂਗੇ, ਟਾਈਮ ਟੇਬਲ ਅੱਜ ਬਣਾਉਣ ਕਰਕੇ ਥੋੜ੍ਹਾ ਮੋਟਾ ਉਲਟ ਫੇਰ ਜਾ ਹੋ ਜਾਂਦਾ ਹੈਗਾ। ਤਾਂ ਲੈਕਚਰ ਲਾ ਲਿਓ ਬੱਚੋ ਚੰਗੀ ਤਰ੍ਹਾਂ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ। ਅਤੇ ਸੱਚ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਪੁੱਤਰੋ, ਤੁਹਾਡੀ ਫਾਇਦਾ ਇਹਦੇ ਵਿੱਚ। ਓਕੇ, ਵੀਡੀਓ ਛੇਤੀ ਮਿਲ ਜਾ ਕਰੂਗੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ।